ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਜਰੀ ਮਹੱਲਾ ਪੰਜਵਾ। ਜੇ ਸਿਮਰਤ ਸਭ ਕਿਲ ਵਿਖ ਨਾਸਹਿ, ਪਿਤਰੀ ਹੋਏ ਉਧਾਰੋ। ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨ ਪਾਰੋ। ਪੂਤਾ ਮਾਤਾ ਕੀ ਆਸੀਸ, ਨਿਮਖ ਨ ਬਿਸਰੋ ਤੁਮ ਕੋ ਹਰ ਹਰ। ਸਦਾ ਭਜੋ ਜਗਦੀਸ਼ ਰਹਾਉ। ਨਿਮਖ ਨ ਬਿਸਰੋ ਤੁਮ ਕੋ ਹਰ ਹਰ। ਸਦਾ ਭਜੋ ਜਗਦੀਸ਼। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਵਿੱਤਰ ਬਚਨ ਉਸ ਵੇਲੇ ਉਚਾਰਨ ਕੀਤਾ ਜਦੋਂ ਸਤਿਗੁਰਾਂ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ। ਤਾਂ ਉਸ ਵੇਲੇ ਜੋ ਸਿੱਖ ਸੰਗਤਾਂ ਸਨ, ਵਧਾਈਆਂ ਦੇ ਰਹੀਆਂ ਸਨ। ਮਾਤਾ ਜੀ ਹੋਰਾਂ ਨੂੰ, ਮਾਤਾ ਗੰਗਾ ਜੀ ਹੋਰਾਂ ਨੂੰ, ਸਾਹਿਬਜ਼ਾਦੇ ਨੂੰ। ਇਸੇ ਤਰ੍ਹਾਂ ਹੀ ਜਿਸ ਵੇਲੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੇ ਵੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ, ਜਨਮ ਲਿਆ, ਤੋ ਮਾਨੋ ਸੰਗਤਾਂ ਨੇ ਉਸ ਵੇਲੇ ਵੀ ਅਸੀਸਾਂ ਵਧਾਈਆਂ ਦੇਣੀਆਂ ਕੀਤੀਆਂ। ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਭ ਤੋਂ ਛੋਟੇ ਲਖਤੇ ਜਿਗਰ, ਔਰ ਬੜੇ ਹੀ ਹਰਮਨ ਪਿਆਰੇ ਹਨ। ਬੜੇ ਹੀ ਹਰਮਨ ਪਿਆਰੇ ਹਨ, ਕਿਉਂਕਿ ਨਾਮ ਜਪਣ ਵਾਲੀਆਂ ਰੂਹਾਂ ਕਿਤੇ ਜਾਂਦੀਆਂ ਨਹੀਂ, ਉਹ ਹਮੇਸ਼ਾ ਹੀ ਦੁਨੀਆ ਵਿੱਚ ਰਹਿੰਦੀਆਂ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹੋ ਨਾਨਕੇ ਜਗਤ ਮੈਂ ਕਿਨ ਜਪਿਓ, ਗੁਰਮਤਿ ਦੇ ਮਹਾਵਾਕ ਅਨੁਸਾਰ। ਤੋ ਵੱਡੇ ਤਿੰਨੇ ਹੀ ਵੀਰ ਬਾਬਾ ਅਜੀਤ ਸਿੰਘ ਜੀ, ਜੁਝਾਰ ਸਿੰਘ, ਜੋਰਾਵਰ ਸਿੰਘ, ਇਹ ਬਾਬਾ ਫਤਿਹ ਸਿੰਘ ਨੂੰ ਬੜਾ ਹੀ ਪਿਆਰ ਕਰਦੇ ਸਨ। ਔਰ ਬਾਬਾ ਫਤਿਹ ਸਿੰਘ ਜੀ ਉਮਰ ਦੇ ਭਾਵੇਂ ਉਹਨਾਂ ਤੋਂ ਛੋਟੇ ਹਨ, ਪਰ ਉਹਨਾਂ ਦੇ ਨਾਲ ਸ਼ਸਤਰਬਾਜੀ, ਨੇਜੇਵਾਰੀ ਕਰਨ ਦੀ ਬੜੀ ਜਿੱਦ ਕਰਦੇ। ਔਰ ਉਹਨਾਂ ਨੇ ਕਹਿਣਾ ਕਿ ਮੈਨੂੰ ਵੀ ਤਲਵਾਰ ਦਿਓ, ਮੈਂ ਵੀ ਨਾਲ ਖੇਡਾਂਗਾ। ਬਚਪਨ ਵਿੱਚ ਗੱਤਕੇਬਾਜੀ ਨਾਲ ਬਾਬਾ ਸਾਹਿਬਜ਼ਾਦਾ ਅਜੀਤ ਸਿੰਘ ਨੇ ਕਹਿਣਾ, ਵੀਰੇ ਤੂੰ ਹਜੇ ਛੋਟਾ ਹੈ। ਜਦੋਂ ਵਾਰੀ ਇਹਨਾਂ ਵੱਡੇ ਸਾਹਿਬਜ਼ਾਦਿਆਂ ਨੇ ਕਿਹਾ ਵੀ ਛੋਟਾ ਹੈ, ਤੇ ਬਾਬਾ ਫਤਿਹ ਸਿੰਘ ਜੀ ਘਰ ਗਏ, ਅੰਦਰ ਗਏ, ਮਹਿਲਾਂ 'ਚ ਗਏ, ਔਰ ਇੱਕ ਵੱਡੀ ਸਾਰੀ ਦਸਤਾਰ ਆਪਣੇ ਸਿਰ 'ਤੇ ਬੰਨ੍ਹ ਆਏ, ਔਰ ਉੱਪਰ ਉਹਦੇ ਫਰਲਾ ਛੱਡ ਲਿਆ, ਜਿਹੜਾ ਅੱਜ ਨਿਹੰਗ ਸਿੰਘਾਂ ਦੇ ਮੁਖੀ ਦੇ ਛੱਡਿਆ ਹੁੰਦਾ। ਕਹੋ ਸਤਨਾਮ ਸ੍ਰੀ। ਵੱਡਾ ਸਾਰਾ ਫਰਲਾ ਛੱਡ ਕੇ ਵੱਡੀ ਸਾਰੀ ਦਸਤਾਰ ਜਿੰਨੀ ਕੁ ਬੰਨ੍ਹ ਸਕਦੇ ਸੀ ਆਪਣੇ ਸੁੰਦਰ ਸੀਸ 'ਤੇ ਬੰਨ੍ਹੀ, ਔਰ ਆ ਕੇ ਕਹਿੰਦੇ ਜੀ ਹੁਣ ਦੇਖੋ, ਹੁਣ ਤਾਂ ਮੈਂ ਵੱਡਾ ਹੋ ਗਿਆ। ਕਹੋ ਸਤਨਾਮ ਸ੍ਰੀ। ਹੁਣ ਤਾਂ ਨਹੀਂ ਮੈਂ ਛੋਟਾ ਲੱਗਦਾ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਸ਼ਿਕਾਇਤ ਕਰਦੇ ਆ, ਮੈਨੂੰ ਨਾਲ ਨਹੀਂ ਖਿਡਾਉਂਦੇ ਜੀ, ਦੇਖੋ ਹੁਣ ਤਾਂ ਮੈਂ ਵੱਡਾ ਲੱਗਦਾ। ਉਸ ਵੇਲੇ ਦਾ ਜਿਹੜਾ ਸਰੂਪ ਦੇਖਿਆ ਬਾਬਾ ਫਤਿਹ ਜੀ ਦਾ, ਬਾਬਾ ਫਤਿਹ ਸਿੰਘ ਜੀ ਦੇ ਸੁੰਦਰ ਸਰੂਪ ਦੇ ਉੱਪਰ ਦਸਤਾਰ, ਤੇ ਦਸਤਾਰ ਉੱਪਰ ਇੱਕ ਫਰਲਾ ਛੱਡਿਆ ਹੋਇਆ, ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੇ ਖੁਸ਼ ਹੋਏ। ਬੜਾ ਮਾਣ ਹੈ ਆਪਣੇ ਸਾਹਿਬਜ਼ਾਦਿਆਂ ਤੇ, ਸਤਿਗੁਰਾਂ ਨੂੰ, ਸਿੱਖਾਂ ਤੇ ਵੀ, ਖਾਲਸਾ ਪੰਥ ਤੇ ਵੀ। ਤਾਂ ਉਸ ਵੇਲੇ ਪਾਤਸ਼ਾਹ ਦੇ ਮੁਖ 'ਚ ਇੱਕ ਬਚਨ ਨਿਕਲਿਆ
ਤੋਰ ਜੈਸੋ ਵੀ ਚਲੇਗਾ ਇੱਕ ਪੰਥ ਹਮਾਰਾ, ਤੇਰੇ ਵਰਗਾ ਵੀ ਸਾਡਾ ਇੱਕ ਪੰਥ ਹੋਵੇਗਾ। ਨੀਲੀ ਦਸਤਾਰ ਸੀ ਔਰ ਨੀਲੀ ਦਸਤਾਰ ਉੱਪਰ ਨੀਲਾ ਫਰਲਾ ਛੱਡਿਆ ਹੋਇਆ। ਇਹ ਫਰਲਾ ਮਾਨੋ ਸਭ ਤੋਂ ਪਹਿਲਾਂ ਬਾਬਾ ਫਤਿਹ ਸਿੰਘ ਜੀ ਨੇ ਆਪਣੇ ਸੀਸ ਉੱਪਰ ਲਾਇਆ ਸੀ। ਤੋ ਇਸ ਤਰ੍ਹਾਂ ਸਤਿਗੁਰਾਂ ਨੇ ਬੜਾ ਹੀ ਪਿਆਰ ਇਹਨਾਂ ਸਾਹਿਬਜ਼ਾਦਿਆਂ ਨੂੰ ਕੀਤਾ। ਆਪਾਂ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਥੋੜ੍ਹੇ ਦਿਨਾਂ ਬਾਅਦ ਸ਼ਹੀਦੀ ਦਿਹਾੜੇ ਵੀ ਆਉਣ ਵਾਲੇ ਆ। ਔਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸ਼੍ਰੋਮਣੀ ਹਨ। ਸਭ ਤੋਂ ਪਹਿਲੇ ਸ਼ਹੀਦ ਸਤਿਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੇ ਆਪ ਸਿੱਖ ਪੰਥ ਨੂੰ ਪੂਰਨੇ ਪਾ ਕੇ ਸਿਖਾਇਆ ਹੈ ਕਿ ਆਪਣੇ ਧਰਮ ਨੂੰ ਬਚਾਉਣ ਦੇ ਲਈ ਭਾਵੇਂ ਕੁਛ ਵੀ ਹੋਵੇ, ਧਰਮ ਨਹੀਂ ਛੱਡਣਾ। ਔਰ ਮਾਤਾ ਗੁਜਰੀ ਜੀ ਦੇ ਹਵਾਲੇ ਮਾਤਾ ਜੀਤੋ ਜੀ ਨੇ ਦੋਨੇ ਛੋਟੇ ਸਾਹਿਬਜ਼ਾਦੇ ਕੀਤੇ ਆ, ਕਿਉਂਕਿ ਮਾਤਾ ਜੀਤੋ ਜੀ ਨੇ ਇੱਕ ਵਾਰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਿਆ ਸੀ, ਮਹਾਰਾਜ ਕਿ ਇਸਤਰੀ ਹੀ ਆਪਣਾ ਮਨੁੱਖ ਹੀ ਨਾਮ ਜਪ ਕੇ ਮੁਕਤ ਹੋ ਸਕਦੇ ਆ, ਜਾਂ ਇਸਤਰੀਆਂ ਵਾਸਤੇ ਵੀ ਕੋਈ ਮੰਤਰ ਹੈ ਸਾਡੇ ਵਾਸਤੇ? ਤਾਂ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦ ਬਾਹਰੋਂ ਆਏ ਤੇ ਮਾਤਾ ਜੀ ਇੱਕ ਪਲੰਘੇ ਤੇ ਬੈਠੇ ਸੋਚਾਂ ਵਿੱਚ ਬੈਠੇ ਹਨ। ਔਰ ਸੌ ਸਾਖੀ ਵਾਲਾ ਇਹ ਲਿਖਦਾ, ਸੌ ਸਾਖੀ ਦੇ ਵਿੱਚ ਸੌ ਸਾਖੀ ਜੋ 10 ਗੁਰਾਂ ਨੇ ਆਪ 10ਵੇਂ ਪਾਤਸ਼ਾਹ ਨੇ ਉਚਾਰਨ ਕੀਤੀ ਆ, ਲਿਖਦੇ ਹਨ ਕਿ ਜਦੋਂ ਪਾਤਸ਼ਾਹ ਜੀ ਘਰ ਵਿੱਚ ਵੜੇ ਤੇ ਪਾਤਸ਼ਾਹ ਜੀ ਮਾਤਾ ਜੀ ਨੂੰ ਪਲੰਘੇ ਤੇ ਸੋਚਾਂ ਵਿੱਚ ਡੁੱਬੇ ਦੇਖਿਆ। ਪੁੱਛਿਆ, ਘਰ ਵਾਲਿਓ ਕੀ ਹਾਲ ਹੈ? ਮਾਤਾ ਜੀ ਕਹਿਣ ਲੱਗੇ, ਪਾਤਸ਼ਾਹ ਅੱਜ ਤੁਹਾਨੂੰ ਨਾ ਗੁਰੂ ਮੰਨ ਕੇ ਗੱਲ ਪੁੱਛਣੀ ਹੈ, ਭਾਵੇਂ ਮੈਂ ਤੁਹਾਡੀ ਪਤਨੀ ਹਾਂ। ਵੱਡੇ 3 ਸਾਹਿਬਜ਼ਾਦੇ ਮਾਤਾ, ਛੋਟੇ ਬਾਬਾ ਅਜੀਤ ਸਿੰਘ ਜਿਹੜਾ ਹੈ ਮਾਤਾ ਸੁੰਦਰ ਕੌਰ ਜੀ ਦਾ ਸਾਹਿਬਜ਼ਾਦਾ ਹੈ, ਤੇ ਛੋਟੇ 3 ਜੁਝਾਰ ਸਿੰਘ, ਜੋਰਾਵਰ ਸਿੰਘ ਤੇ ਫਤਿਹ ਸਿੰਘ ਇਹ ਮਾਤਾ ਜੀਤੋ ਜੀ ਦੇ ਸਾਹਿਬਜ਼ਾਦੇ ਹੈ। ਤੇ ਮਾਤਾ ਜੀਤੋ ਜੀ ਕਹਿਣ ਲੱਗੇ, ਪਾਤਸ਼ਾਹ ਅਸੀਂ ਤੁਹਾਨੂੰ ਇੱਕ ਬਚਨ ਪੁੱਛਣਾ ਚਾਹੁੰਦੇ ਹਾਂ ਗੁਰੂ ਮੰਨ ਕੇ। ਪਾਤਸ਼ਾਹ ਕਹਿੰਦੇ, ਪੁੱਛੋ। ਕਹਿੰਦੇ, ਕੀ ਮਨੁੱਖ ਹੀ ਮੰਤਰ ਜਪ ਸਕਦਾ ਹੈ ਜਾਂ ਕੋਈ ਇਸਤਰੀ ਵਾਸਤੇ ਵੀ ਮੰਤਰ ਹੈ? ਧੰਨ ਗੁਰੂ ਗੋਬਿੰਦ ਸਿੰਘ ਜੀ ਬੜੇ ਖੁਸ਼ ਹੋਏ, ਕਹਿੰਦੇ, ਵਾਹ ਜੀਤੋ ਜੀ, ਤੁਸੀਂ ਬੜੀ ਕੰਮ ਦੀ ਗੱਲ ਪੁੱਛੀ ਆ। ਮਾਨੋ ਮਾਤਾ ਜੀਤੋ ਜੀ ਨੇ ਆਪ ਜੀ ਨੂੰ ਵੀ ਇਸ ਪੰਥ ਦੇ ਨਾਲ ਜੋੜਿਆ। ਪਾਤਸ਼ਾਹ ਜੀ ਕਹਿੰਦੇ, ਬਾਕੀ ਤਾਂ ਸਾਰਾ ਕੁਝ ਸਾਰੇ ਮੰਗਦੇ ਆ, ਪਰ ਆਹ ਗੱਲ ਕੋਈ ਵਿਰਲਾ ਹੀ ਮੰਗਦਾ। ਅਸੀਂ ਤੁਹਾਨੂੰ ਇੱਕ ਇਲਾਹੀ ਮੰਤਰ ਦੱਸਦੇ ਹਾਂ, ਦਰਗਾਹੀ ਮੰਤਰ ਦੱਸਦੇ ਹਾਂ। ਮੰਤਰ ਤਾਂ ਵਾਹਿਗੁਰੂ ਹੀ ਹੈ, ਗੁਰਮੰਤਰ ਵਾਹਿਗੁਰੂ ਗੁਰਮੰਤਰ ਹੈ। ਜਪ ਹਉਮੈ ਖੋਈ ਮੂਲ ਮੰਤਰ ਸਾਡਾ ਸਾਰੇ ਜਾਣਦੇ ਹੀ ਆ। ਸਤਿਗੁਰੂ ਪਾਤਸ਼ਾਹ ਕਹਿੰਦੇ, ਤੁਹਾਨੂੰ ਇਹਦੇ ਜਪਣ ਦੀ ਇੱਕ ਜੁਗਤ ਦੱਸਦੇ ਹਾਂ। ਅੰਮ੍ਰਿਤ ਵੇਲੇ ਇੱਕ ਥਾਂ ਤੇ ਆਸਣ ਬਣਾ ਲਓ ਕਮਰੇ ਦੇ ਵਿੱਚ। ਉਸ ਆਸਣ ਤੇ ਬੈਠ ਕੇ ਚੌਂਕੜਾ ਮਾਰ ਕੇ ਢੂਈ ਸਿੱਧੀ ਰੱਖਦੇ ਹੋਏ, ਧੌਣ ਸਿੱਧੀ ਰੱਖਦੇ ਹੋਏ, ਸਿਰ ਸਿੱਧਾ ਰੱਖਦੇ ਹੋਏ, ਬਿਲਕੁਲ ਆਪਣੇ ਨੇਤਰਾਂ ਨੂੰ ਨੀਵੇਂ ਕਰਕੇ ਆਪਣੇ ਹੀ ਸਰੂਪ ਤੇ ਧਿਆਨ ਲਾਓ ਔਰ ਨਾਲ ਨਾਲ ਗੁਰੂ ਦੇ ਬਖਸ਼ੇ ਮੰਤਰ ਦਾ ਜਾਪ ਕਰੋ ਜੋ ਸਾਡਾ ਵਾਹਿਗੁਰੂ ਹੈ। ਨਾਲ ਨਾਲ ਵਾਹਿਗੁਰੂ ਮੰਤਰ ਦਾ ਜਾਪ ਕਰੋ। ਇਸ ਤਰ੍ਹਾਂ ਕਰਦਿਆਂ ਤੁਸੀਂ ਉਸ ਪਰਮੇਸ਼ਰ ਨੂੰ ਪ੍ਰਾਪਤ ਕਰ ਲਓਗੇ। ਔਰ ਇਹ ਕੰਮ ਰੋਜ਼ਾਨਾ ਘਰ ਦੇ ਵਿੱਚ ਇੱਕ ਥਾਂ ਤੇ ਆਸਣ ਬਣਾ ਕੇ ਪੱਕਾ ਉੱਥੇ ਬੈਠ ਕੇ ਕਰੋ। ਤੋ ਅੱਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਤਾ ਜੀਤੋ ਜੀ ਨੂੰ ਇਹ ਮੰਤਰ ਦਿੱਤਾ, ਇਹ ਜੁਗਤ ਦੱਸੀ ਤੇ ਉਹਨਾਂ ਨੇ ਜਪਣਾ ਸ਼ੁਰੂ ਕੀਤਾ। ਕਹਿੰਦੇ ਜਦੋਂ ਜਪਦਿਆਂ ਨੂੰ ਇਸ ਤਰ੍ਹਾਂ ਸਿਮਰਨ ਕਰਦਿਆਂ ਨੂੰ 3 ਮਹੀਨੇ ਬਤੀਤ ਹੋਏ ਤਾਂ 3 ਮਹੀਨਿਆਂ ਦੇ ਬਾਅਦ ਮਾਤਾ ਜੀਤੋ ਜੀ ਨੇ ਕੀ ਦੇਖਿਆ ਕਿ ਸਾਨੂੰ ਅਨੰਦਪੁਰ ਛੱਡਣਾ ਪਿਆ। ਬਹੁਤ ਫੌਜਾਂ ਦੇ ਘੇਰੇ ਪਏ ਹੋਏ ਆ ਔਰ ਅਨੰਦਪੁਰ ਛੱਡ ਕੇ ਅਸੀਂ ਜਾ ਰਹੇ ਹਾਂ, ਸਾਰਾ ਪਰਿਵਾਰ ਖਿੰਡ ਗਿਆ। 2 ਸਾਹਿਬਜ਼ਾਦੇ ਕਿਧਰੇ ਜਾ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਤੇ 2 ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ, ਤੇ ਮੈਂ ਵਿੱਚ ਨਹੀਂ ਹਾਂ। ਆਪਣੇ ਆਪ ਨੂੰ ਕਿਉਂ ਆਪਾਂ
ਕਿਸੇ ਮੂਵੀ ਨੂੰ ਬਣਾਈਏ ਤਾਂ ਆਪਾਂ ਵਿੱਚ ਨਹੀਂ ਆਵਾਂਗੇ। ਤੋ ਅਕਾਲ ਪੁਰਖ ਨੇ ਮਾਤਾ ਜੀ ਨੂੰ ਆਉਣ ਵਾਲਾ ਸਮਾਂ ਦਿਖਾ ਦਿੱਤਾ। ਮਾਨੋ ਕੋ ਸਤਨਾਮ ਸੀ। ਜਦ ਇਹ ਮਾਤਾ ਜੀ ਨੇ ਸਾਰਾ ਕੁਝ ਰਾਤ ਨੂੰ ਦੇਖਿਆ ਸੁਪਨੇ ਦੀ ਨਿਆਈ, ਤੇ ਤੜਕੇ ਉੱਠ ਕੇ ਪਾਤਸ਼ਾਹ ਜੀ ਨੂੰ ਪੁੱਛਦੇ ਆ, ਮਹਾਰਾਜ ਕਿਰਪਾ ਕਰੋ ਇਹ ਦੱਸੋ ਕਿ ਮੈਂ ਇੱਦਾਂ ਦਾ ਕੌਤਕ ਦੇਖਿਆ, ਸੱਚਾ ਕਿ ਝੂਠਾ? ਪਾਤਸ਼ਾਹ ਕਹਿੰਦੇ ਕੀ? ਕਹਿੰਦੇ ਮਹਾਰਾਜ ਜਿਵੇਂ ਅਨੰਦਪੁਰ ਸਾਹਿਬ ਉਜੜ ਗਿਆ, ਅਸੀਂ ਸਾਰੇ ਵਿਛੜ ਗਏ, ਕੋਈ ਕਿਧਰੇ ਚਲਾ ਗਿਆ, ਕੋਈ ਕਿਧਰੇ ਚਲਾ ਗਿਆ। ਸਿੰਘ ਵੀ ਔਰ ਮਾਤਾ ਗੁਜਰੀ ਜੀ ਵੀ ਦੋ ਸਾਹਿਬਜ਼ਾਦਿਆਂ ਨਾਲ ਇੱਕ ਪਾਸੇ ਨੂੰ ਜਾ ਰਹੇ ਆ, ਤੁਸੀਂ ਵੀ ਇੱਕ ਪਾਸੇ ਨੂੰ ਜਾ ਰਹੇ ਆ ਦੂਸਰੀ ਸਾਈਡ ਨੂੰ, ਤੇ ਮੈਂ ਵਿੱਚ ਹੈ ਹੀ ਨਹੀਂ। ਪਾਤਸ਼ਾਹ ਨੂੰ ਪੁੱਛਦੇ ਆ ਕਿ ਸੱਚ ਹੈ, ਤੇ ਮਾਤਾ ਜੀ ਨੂੰ ਕਹਿਣ ਲੱਗੇ ਸਤਿਗੁਰੂ ਇਹ ਤਾਂ ਜੀਤੋ ਜੀ ਸੱਚ ਹੈ। ਤੇ ਮਹਾਰਾਜ ਫਿਰ ਮੈਂ ਤਾਂ ਐਸਾ ਸਮਾਂ ਦੇਖ ਨਹੀਂ ਸਕਦੀ ਜਿਹੜਾ ਮੈਨੂੰ ਸੁਪਨੇ 'ਚ ਦਿਖਾਇਆ ਐਸਾ ਭਿਆਨਕ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਜੀਤੋ ਜੀ ਇਹ ਤਾਂ ਤੁਹਾਨੂੰ ਵੇਖਣਾ ਆਪਣਾ, ਜੇ ਤੁਸੀਂ ਨਹੀਂ ਵੇਖ ਸਕਦੇ ਪਹਿਲਾਂ ਚਲੇ ਜਾਓ, ਅਸੀਂ ਤਾਂ ਵੇਖ ਕੇ ਹੀ ਆਵਾਂਗੇ। ਤੇ ਮਾਤਾ ਜੀਤੋ ਜੀ ਕਹਿਣ ਲੱਗੇ ਜੀ ਪਹਿਲਾਂ ਫਿਰ ਅਸੀਂ ਕਿਵੇਂ ਜਾਈਏ? ਪਾਤਸ਼ਾਹ ਜੀ ਕਹਿਣ ਲੱਗੇ ਸਿਮਰਨ ਤੇਜ਼ ਕਰ ਦਿਓ। ਤਾਂ ਉਸ ਵੇਲੇ ਫਿਰ ਮਾਤਾ ਜੀ ਨੇ ਵਸਦੇ ਰਸਦੇ ਅਨੰਦਪੁਰ ਸਾਹਿਬ ਦੀ ਗੱਲ ਹੈ, ਇਹ ਘਟਨਾ ਤਾਂ ਬਹੁਤ ਸਮੇਂ ਬਾਅਦ ਬੀਤਦੀ ਹੈ, ਇਹ ਹੁੰਦੀ ਆ। ਉਸ ਵੇਲੇ ਜਦ ਕੌਤਕ ਦੇਖਿਆ ਤੇ ਮਾਤਾ ਜੀ ਨੇ ਸਿਮਰਨ ਤੇਜ਼ ਕਰ ਦਿੱਤਾ। 1 ਸਾਲ ਲਗਾਤਾਰ ਸਿਮਰਨ ਕੀਤਾ ਮਾਤਾ ਜੀ ਨੇ, ਤੇ ਸਿਮਰਨ ਕਰਦਿਆਂ ਹੋਇਆਂ ਵਸਦੇ ਰਸਤੇ ਅਨੰਦਪੁਰ ਸਾਹਿਬ ਦੇ ਸਮੇਂ ਕੋਈ ਲੜਾਈ ਝਗੜਾ ਨਹੀਂ ਸੀ, ਕੋਈ ਐਸੀ ਗੱਲ ਨਹੀਂ ਸੀ ਬਣੀ। ਉਹਨਾਂ ਸਮਿਆਂ ਦੇ ਵਿੱਚ ਮਾਤਾ ਜੀ ਨੇ ਆਪਣੇ ਦੋਨੇ ਸਾਹਿਬਜ਼ਾਦਿਆਂ ਨੂੰ, ਛੋਟਿਆਂ ਨੂੰ, ਵੱਡੇ ਤਾਂ ਉਡਾਰ ਹੋ ਗਏ ਸੀ, ਛੋਟੇ ਦੋਨਾਂ ਸਾਹਿਬਜ਼ਾਦਿਆਂ ਦੀ ਬਾਂਹ ਜਿਹੜੀ ਆ ਮਾਤਾ ਗੁਜਰੀ ਜੀ ਨੂੰ ਫੜਾਈ ਉਹਨਾਂ ਨੇ ਕਿ ਮਾਤਾ ਜੀ ਹੁਣ ਮੇਰਾ ਤਾਂ ਕੋਈ ਪਤਾ ਨਹੀਂ ਕਦੋਂ ਚਲੀ ਜਾਵਾਂ, ਤੇ ਤੁਸੀਂ ਇਹਨਾਂ ਸਾਹਿਬਜ਼ਾਦਿਆਂ ਦੀ ਸੰਭਾਲ ਕਰਨੀ ਆ। ਇਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਮਾਤਾ ਜੀ ਦੇ ਹਵਾਲੇ ਕਰਕੇ ਤੇ ਇੱਕ ਦਿਨ ਮਾਤਾ ਜੀ ਨੇ ਸਿਮਰਨ ਕਰਦਿਆਂ ਹੋਇਆਂ ਆਪਣੇ ਸਰੀਰ ਨੂੰ 10ਵੇਂ ਦੁਆਰ ਰਾਹੀਂ ਤਿਆਗ ਦਿੱਤਾ। ਉਸ ਤੋਂ ਬਾਅਦ ਦੋਨੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੀ ਪਾਲਣ ਪੋਸ਼ਣ ਵਿੱਚ ਰਹੇ ਨੇ, ਤੇ ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਪੁਰਾਣਾ ਇਤਿਹਾਸ ਸੁਣਾਉਣਾ ਕੀਤਾ। ਸਾਨੂੰ ਵੀ ਬੱਚਿਆਂ ਨੂੰ ਸੁਣਾਉਣੇ ਚਾਹੀਦੀਆਂ ਕਹਾਣੀਆਂ। ਪਹਿਲਾਂ ਚੱਲਦੀਆਂ ਸਨ, ਕਦੇ ਨਾਨੀ ਕਹਾਣੀ ਸੁਣਾਉਂਦੀ ਸੀ, ਕਦੇ ਦਾਦੀ ਸੁਣਾਉਂਦੀ ਸੀ, ਤੇ ਬੱਚਿਆਂ ਨੂੰ ਇਤਿਹਾਸ ਹੀ ਸੁਣਾਇਆ ਜਾਂਦਾ ਸੀਗਾ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਸਾਡਾ ਵਿਰਸਾ ਕੀ ਹੈ। ਚਲੋ ਸਮੇਂ ਨੇ ਬਤੀਤ ਹੁੰਦੇ ਆ, ਟਾਈਮ ਨਹੀਂ ਲਾਇਆ, ਤੇ ਬੱਚੇ ਸਾਡੇ ਜਿਹੜੇ ਆ ਟੈਲੀਵਿਜ਼ਨਾਂ ਦੀਆਂ ਫਿਲਮਾਂ ਦੇਖਣ ਲੱਗ ਪਏ। ਪਰ ਪਹਿਲਾਂ ਸੌਣ ਵੇਲੇ ਜ਼ਰੂਰ ਨਾਨੀ ਜਾਂ ਦਾਦੀ ਇਹ ਕਹਾਣੀਆਂ ਸੁਣਾਇਆ ਕਰਦੀ ਸੀ, ਜੋ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸੁਣਾਈਆਂ। ਕੋ ਸਤਨਾਮ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਔਰ ਗੁਰੂ ਪਿਆਰੋ ਸਤਿਗੁਰੂ ਤੇਗ ਬਹਾਦਰ ਜੀ ਦੇ ਜੋ ਜੀਵਨੀ, ਜੋ ਸ਼ਹੀਦੀਆਂ ਹੋਈਆਂ, ਉਹ ਗੁਰੂ ਅਰਜਨ ਦੇਵ ਜੀ ਦੀਆਂ ਸ਼ਹੀਦੀਆਂ, ਸਿੰਘਾਂ ਦੀਆਂ ਸ਼ਹੀਦੀਆਂ ਇਹ ਮਾਤਾ ਜੀ ਨੇ ਸੁਣਾਉਣੀਆਂ। ਤੇ ਨਾਲ ਕਹਿਣਾ ਕਿ ਪੁੱਤਰੋ ਆਪਾਂ ਧਰਮ ਨਹੀਂ ਤਿਆਗਣਾ, ਭਾਵੇਂ ਕੁਛ ਵੀ ਕੈਸਾ ਵੀ ਸਮਾਂ ਸਾਡੇ ਤੇ ਆਵੇ। ਤੇ ਸਾਹਿਬਜ਼ਾਦਿਆਂ ਵਿੱਚ ਐਸੀ ਦ੍ਰਿੜਤਾ ਮਾਤਾ ਗੁਜਰੀ ਜੀ ਨੇ ਲਿਆਂਦੀ, ਉਹ ਸਮਾਂ ਆਪਾਂ ਆਉਣ ਵਾਲੇ ਸਮੇਂ ਯਾਦ ਕਰਾਂਗੇ। ਕਿਸ ਤਰ੍ਹਾਂ ਮੁਗਲਾਂ ਨੇ ਮੂੰਹ 'ਤੇ ਜਵਾਬ ਦਿੰਦੇ ਹੋਏ ਉਹਨਾਂ ਨੂੰ ਗੁਰੂ ਪਿਆਰਿਓ ਖਰੀਆਂ ਸੁਣਾਉਂਦੇ ਹੋਏ ਸਾਹਿਬਜ਼ਾਦਿਆਂ ਨੇ ਆਪਣੇ ਧਰਮ ਨੂੰ ਰੱਖਦਿਆਂ ਹੋਇਆਂ ਸਰੀਰ ਨੂੰ ਤਿਆਗਣਾ ਕੀਤਾ। ਕੋ ਸਤਨਾਮ ਸੀ। ਸਰੀਰ ਨੂੰ ਤਿਆਗਣਾ ਕੀਤਾ ਪਰ ਧਰਮ ਨਹੀਂ ਛੱਡਿਆ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਥਾਇਕ ਬਚਨ ਲਿਖਿਆ ਕਿਸੇ ਕਵੀ ਨੇ, ਸ਼ਾਇਦ ਇਹ ਗੁਰਬਾਣੀ ਵਿੱਚ ਤਾਂ ਨਹੀਂ ਹੈ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ, ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹੇ ਨ ਛੋੜੀਐ, ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ। ਤੋ ਇਹ ਦਾਦੇ ਦੀਆਂ ਕਹਾਣੀਆਂ ਵੀ ਦਾਦੀ ਨੇ ਆਪਣੇ ਪੋਤਿਆਂ ਨੂੰ ਸੁਣਾਈਆਂ, ਔਰ ਪੜਦਾਦੇ ਹਰਗੋਬਿੰਦ ਸਾਹਿਬ ਦੀਆਂ ਕਹਾਣੀਆਂ ਵੀ ਸੁਣਾਈਆਂ, ਔਰ ਉਸ ਤੋਂ ਵੱਡੇ ਦਾਦੇ ਪੜਦਾਦੇ ਗੁਰੂ ਅਰਜਨ ਦੇਵ ਜੀ ਦੀਆਂ ਕਹਾਣੀਆਂ ਵੀ ਉਹਨਾਂ ਨੂੰ ਸੁਣਾਈਆਂ। ਤੇ ਉਹਨਾਂ ਵਿੱਚ ਐਸੀ ਦ੍ਰਿੜਤਾ ਆਈ, ਅੱਜ ਉਹ ਸਾਡੇ
ਸਭ ਤੋਂ ਵੱਡੇ ਸ਼ਹੀਦ ਮੰਨੇ ਜਾਂਦੇ ਹਨ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ, ਜਿਨ੍ਹਾਂ ਨੇ ਜਿਸ ਵੇਲੇ ਗੁਰੂ ਪਿਆਰਿਓ ਚਾਰਾਂ ਸਾਹਿਬਜ਼ਾਦਿਆਂ ਨੇ ਅਲੱਗ-ਅਲੱਗ ਹੋਣਾ ਕੀਤਾ, ਗੁਰੂ ਗੋਬਿੰਦ ਸਿੰਘ ਜੀ ਨੇ ਜਥੇ ਬਣਾਏ, ਵੱਡੇ ਸਾਹਿਬਜ਼ਾਦੇ ਉਹਨਾਂ ਦੇ ਨਾਲ ਹਨ ਔਰ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਦੇ ਕੋਲ ਹਨ, ਉਹਨਾਂ ਨੂੰ ਸੰਭਾਏ ਹਨ ਕਿ ਤੁਸੀਂ ਇਹਨਾਂ ਦਾ ਖਿਆਲ ਰੱਖਣਾ ਹੈ। ਜਦੋਂ ਪਾਟਣ ਲੱਗਿਆ ਜਥਾ ਤੇ ਛੋਟੇ ਸਾਹਿਬਜ਼ਾਦੇ ਕਹਿੰਦੇ ਵੀਰੇ ਛੇਤੀ ਆ ਜਿਓ, ਆਪਾਂ ਦੁਬਾਰਾ ਇਕੱਠੇ ਹੋਵਾਂਗੇ। ਕੋ ਸਤਨਾਮ ਸੀ। ਜੇ ਤੁਸੀਂ ਛੇਤੀ ਨਾ ਆਏ ਤੇ ਮੈਂ ਤੁਹਾਡੇ ਨਾਲ ਬੋਲਣਾ ਨਹੀਂ ਮੁੜ ਕੇ, ਜਿਵੇਂ ਛੋਟੇ ਬੱਚੇ ਕਹਿੰਦੇ ਹੁੰਦੇ ਆ। ਬਾਬਾ ਫਤਿਹ ਸਿੰਘ ਜੀ ਕਹਿੰਦੇ, ਬਾਬਾ ਅਜੀਤ ਸਿੰਘ ਕਹਿੰਦੇ ਕੋਈ ਗੱਲ ਨਹੀਂ ਵੀਰੇ ਆਪਾਂ ਫਿਰ ਇਕੱਠੇ ਹੁੰਦੇ ਹਾਂ, ਗੱਲ ਹੀ ਕੋਈ ਨਹੀਂ। ਤਾਂ ਉੱਥੋਂ ਉਹ ਤਾਂ ਸਤਿਗੁਰ ਦਾ ਪਰਿਵਾਰ ਸਾਰਾ ਇਕੱਠਾ ਹੀ ਹੈ ਤੇ ਅੱਜ ਫਿਰ ਗੁਰੂ ਨੇ ਕਿਰਪਾ ਕੀਤੀ ਆ, ਸਿੱਖ ਪਰਿਵਾਰ ਵੀ ਇਕੱਠਾ ਹੋ ਰਿਹਾ, ਸਾਰੇ ਆਪਣੀਆਂ ਪਾਰਟੀਆਂ ਛੱਡ ਕੇ ਇਕੱਤਰ ਹੋ ਰਹੇ ਹਨ ਇੱਕ ਵਿਸ਼ੇ ਤੇ ਕਿ ਸਾਡਾ ਜਿਹੜਾ ਧਰਮ ਹੈ ਅਸੀਂ ਉਹ ਛੱਡਣਾ ਨਹੀਂ ਹੈ। ਕਹੋ ਸਤਨਾਮ ਸ੍ਰੀ। ਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸਾਡੇ ਵਿੱਚ ਇਕਜੁੱਟਤਾ ਆਵੇ, ਇਕੱਤਰਤਾ ਆਵੇ। ਤਾਂ ਇਸ ਤਰ੍ਹਾਂ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਭਾਵੇਂ ਉਮਰ ਛੋਟੀ ਸੀ ਪਰ ਸਾਕੇ ਵੱਡੇ ਕੀਤੇ। ਕਿਸੇ ਵੇਲੇ ਸੁਣਦੇ ਸੀ ਪ੍ਰਹਿਲਾਦ ਤੇ ਧਰੂ ਨੇ ਬਹੁਤ ਛੋਟੀ ਉਮਰ ਵਿੱਚ ਪਰਮੇਸ਼ਰ ਨੂੰ ਪਾ ਲਿਆ ਔਰ ਉਹਨਾਂ ਦੀਆਂ ਉਦਾਹਰਨਾਂ ਬਾਣੀ ਵਿੱਚ ਦਿੱਤੀਆਂ ਗਈਆਂ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਸੇ ਤਰ੍ਹਾਂ ਹੀ ਬਹੁਤ ਛੋਟੀ ਉਮਰ ਦੇ ਵਿੱਚ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ, ਇਹਨਾਂ ਨੇ ਗੁਰੂ ਪਿਆਰਿਓ ਬਹੁਤ ਛੋਟੀ ਉਮਰ ਦੇ ਵਿੱਚ ਵੱਡੇ ਸਾਕੇ ਕਰਕੇ ਉਹ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਹੜੀਆਂ ਵਿਰਲਿਆਂ ਨੂੰ ਮਿਲਦੀਆਂ ਔਰ ਸਾਨੂੰ ਸ਼ਹੀਦੀਆਂ ਦਾ ਰਸਤਾ ਦੱਸਿਆ, ਮਾਰਗਦਰਸ਼ਨ ਕੀਤਾ ਸਾਡਾ। ਪਰ ਆਓ ਅੱਜ ਦੇ ਦਿਨ ਤੇ ਸਾਹਿਬਜ਼ਾਦਾ ਜੀ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ, ਆਪਾਂ ਇਹ ਸ਼ਬਦ ਦੀ ਵਿਚਾਰ ਕਰਦੇ ਹਾਂ ਥੋੜ੍ਹੀ ਸਮਾਂ। ਗੋਜਰੀ ਮਹੱਲਾ ਪੰਜਵਾ। ਜਿਸ ਸਿਮਰਤ ਸਭ ਕਿਲ ਵਿਖ ਨਾਸੇ, ਪਿਤਰੀ ਹੋਏ ਉਧਾਰੋ। ਜਦੋਂ ਆਂਢ ਗੁਆਂਢ ਦੀਆਂ ਬੀਬੀਆਂ ਨੇ, ਸਿੱਖ ਸੰਗਤਾਂ ਨੇ ਆ ਕੇ ਵਧਾਈਆਂ ਦੇਣੀਆਂ ਕੀਤੀਆਂ ਤਾਂ ਸਤਿਗੁਰੂ ਅਰਜਨ ਦੇਵ ਜੀ ਦਾ ਖਿਆਲ ਗਿਆ ਕਿ ਐਸੀ ਵਧਾਈ ਤਾਂ ਇੱਕ ਪਰਮੇਸ਼ਰ ਵੱਲੋਂ ਵੀ ਸਿੱਖ ਨੂੰ, ਮਨੁੱਖਤਾ ਨੂੰ, ਇਨਸਾਨੀਅਤ ਨੂੰ ਹੋਣੀ ਚਾਹੀਦੀ ਆ। ਕੋ ਸਤਨਾਮ ਸੀ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ। ਐਸੀ ਤਾਂ ਫਿਰ ਵਧਾਈ ਗੁਰੂ ਵੱਲੋਂ ਵੀ ਸਿੱਖ ਨੂੰ ਹੋਣੀ ਚਾਹੀਦੀ ਆ। ਅਸੀਸ ਪੋਤਾ ਮਾਤਾ ਕੀ ਅਸੀਸ, ਮਾਨੋ ਅੱਜ ਸਾਨੂੰ ਇਹ ਅਸੀਸ ਸਾਡੀ ਗੁਰਬਾਣੀ ਦਿੰਦੀ ਹੈ। ਗੁਰਬਾਣੀ ਮਾਂ ਵੀ ਹੈ, ਪਿਓ ਵੀ ਹੈ, ਗੁਰਬਾਣੀ ਪਰਮੇਸ਼ਰ ਵੀ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਤੋ ਮਾਨੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸਾਨੂੰ ਇੱਕ ਅਸੀਸ ਦਿੰਦੀ ਆ, ਜਿਹੜੀ ਉਸ ਵੇਲੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਹੋਰਾਂ ਨੂੰ ਮਿਲੀ ਆ, ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਨੂੰ ਮਿਲੀ ਆ। ਜਿਸ ਸਿਮਰਤ ਸਭ ਕਿਲ ਵਿਖ ਨਾਸੇ, ਦੁਨੀਆ ਵਧਾਈਆਂ ਦਿੰਦੀ ਹੈ, ਲੰਬੀ ਉਮਰ ਹੋਵੇ ਪੁੱਤਰ, ਪਰਮੇਸ਼ਰ ਕਿਰਪਾ ਕਰੇ, ਜਿਵੇਂ ਜਿਵੇਂ ਵੀ ਕਿਸੇ ਦਾ ਖਿਆਲ ਹੁੰਦਾ ਹੈ। ਪਰ ਗੁਰੂ ਕਹਿੰਦੇ ਆ ਸਿੱਖਾ ਤੈਨੂੰ ਇੱਕ ਮੈਂ ਅਸੀਸ ਦਿੰਦਾ ਹਾਂ, ਜਿਸ ਦੇ ਸਦਕਾ ਤੇਰੇ ਪਹਿਲਾਂ ਹੋਏ ਬਜ਼ੁਰਗਾਂ ਦਾ ਵੀ ਉਧਾਰ ਹੋ ਜਾਵੇ ਤੇ ਆਉਣ ਵਾਲਿਆਂ ਦਾ ਵੀ ਉਧਾਰ ਹੋ ਜਾਵੇ। ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਜਿਸ ਦਾ ਸਿਮਰਨ ਕਰਿਆ ਤੇਰੇ ਪਾਪਾਂ ਦਾ, ਤੇਰੀ ਮਾੜੀ ਸੋਚ ਦਾ ਵੀ ਖਾਤਮਾ ਹੋ ਜਾਵੇ, ਤੇਰੇ ਵਿਕਾਰਾਂ ਦਾ ਵੀ ਖਾਤਮਾ ਹੋ ਜਾਵੇ। ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ, ਪਿੱਤਰ ਕਹਿੰਦੇ ਹੈ ਜਿਹੜੇ ਸਾਡੇ ਤੋਂ ਪਹਿਲਾਂ ਸਾਡੇ ਬਜ਼ੁਰਗ ਜਾ ਚੁੱਕੇ ਹੈ। ਫਰੀਦਾ ਕਿੱਥੇ ਤੈਡੇ ਮਾਪਿਆਂ, ਜਿੰਨੀ ਤੂੰ ਜਣੇ ਹੋਏ ਤੈ ਪਾਛੈ ਉਹ ਚੱਲ ਗਏ, ਤੂੰ ਅਜੇ ਨਾ ਪਤੀਨੋ ਹੋਏ। ਆ ਪੁੱਤਰ ਤੈਨੂੰ ਹਜੇ ਪ੍ਰਤਿਆਵਾ ਨਹੀਂ ਆਇਆ, ਤੂੰ ਕੁਛ ਕਰ, ਇੱਥੇ ਕਿਸੇ ਨੇ ਰਹਿਣਾ, ਸਭ ਨੇ ਚਲੇ ਜਾਣਾ, ਕੀ ਕਰਾਂ ਬਾਪੂ। ਤਾਂ ਸਾਡਾ ਬਾਪੂ ਗੁਰੂ ਗ੍ਰੰਥ ਸਾਹਿਬ ਕੀ ਕਹਿੰਦਾ ਹੈ, ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ। ਤੇਰਾ ਤੇ ਤੇਰੇ ਬਜ਼ੁਰਗਾਂ ਦਾ 21 ਕੁੱਲਾਂ ਦਾ ਉਧਾਰ ਹੋਵੇ, ਜਿਸ ਦੇ ਨਾਲ ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨ ਪਾਰੋ, ਸਿਮਨ ਕਰਿਆ ਕਰ। ਵਾਹਿਗੁਰੂ 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 ਵਾਹਿਗੁਰੂ। ਕਿਉਂਕਿ ਮਾਤ ਲੋਕ ਦੇ ਵਿੱਚ ਬੜੀਆਂ ਪਿਰਤਾਂ ਪਈਆਂ ਸੀ ਵੀ ਮਰੇ ਹੋਏ ਬਜ਼ੁਰਗਾਂ ਦਾ ਉਧਾਰ ਕਿਵੇਂ ਕਰਾਈਏ। ਕੋਈ ਕਹਿੰਦਾ ਭੇਵੇ ਜਾ ਕੇ ਆਓ ਭਾਈ, ਉੱਥੇ
ਜਿਹੜਾ ਹੈ ਦਾਨ ਪੂਜਾ ਅਰਚਨਾ ਕਰਕੇ ਆਓ। ਕੋਈ ਕਹਿੰਦੇ ਹਰਿਦੁਆਰ ਜਾਣਾ ਪੈਣਾ ਤਾਂ ਕਰਕੇ ਉਹਨਾਂ ਦਾ ਉਧਾਰ ਹੋਣਾ ਹੈ, ਕਿਉਂਕਿ ਬਹੁਤ ਪਿਰਤਾਂ ਪਈਆਂ ਸਨ। ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਪਿੰਡ ਭਰ ਨੇ ਬ੍ਰਾਹਮਣਾਂ ਨੇ ਬਹੁਤ ਕੁਝ ਕੀਤਾ ਹੋਇਆ। ਇਹਨਾਂ ਆਰੀਅਨ ਲੋਕਾਂ ਨੇ, ਇਹ ਬ੍ਰਾਹਮਣ ਆਰੀਅਨ ਲੋਕ ਹਨ ਜਿਨ੍ਹਾਂ ਨੇ ਸਾਡੇ ਭਾਰਤ ਵਿੱਚ ਆ ਕੇ, ਗੁਰੂ ਪਿਆਰਿਓ, ਜਿਨ੍ਹਾਂ ਨੇ ਆਪਣਾ ਇੱਥੇ ਸਾਨੂੰ ਸ਼ੂਦਰ ਬਣਾ ਕੇ ਆਪ ਇੱਥੋਂ ਦੇ ਮਾਲਕ ਬਣਨਾ ਕੀਤਾ। ਇਹਨਾਂ ਆਰੀਅਨ ਲੋਕਾਂ ਨੇ ਬੜੀਆਂ ਪਿਰਤਾਂ ਪਾਈਆਂ ਸਨ, ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰਾ ਸਿੱਖ ਕਿਤੇ ਆਊਟਸਾਈਡ ਨਾ ਚਲਾ ਜਾਵੇ, ਕਿਤੇ ਇਹਨਾਂ ਵਿੱਚ ਰਲ ਗੱਡ ਨਾ ਹੋ ਜਾਵੇ। ਇਹ ਪਹਿਲੇ ਜਾਮੇ ਤੋਂ ਹੀ ਖਿਆਲ ਕੀਤਾ ਗਿਆ, 10ਵੇਂ ਜਾਮੇ ਤੱਕ। ਔਰ ਅਖੀਰ ਤੇ 10ਵੇਂ ਪਾਤਸ਼ਾਹ ਨੇ ਕਿਹਾ, ਜਬਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਬੇਪਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ। ਪਹਿਲੇ ਜਾਮੇ ਤੋਂ ਲੈ ਕੇ ਖਿਆਲ ਕੀਤਾ ਗਿਆ ਕਿ ਜਿਹੜਾ ਮੈਂ ਸਿੱਖ ਤਿਆਰ ਕਰ ਰਿਹਾ ਉਹ ਕਿਸੇ ਵਿੱਚ ਰਲ ਗੱਡ ਨਾ ਹੋਵੇ, ਇਹਦਾ ਆਪਣਾ ਹੀ ਨੇਮ ਹੋਵੇ, ਆਪਣਾ ਹੀ ਇਹਦਾ ਸਾਰਾ ਸਿਸਟਮ ਹੋਣਾ ਚਾਹੀਦਾ। ਤਾਂ ਇਸ ਕਰਕੇ 5ਵੇਂ ਪਾਤਸ਼ਾਹ ਜੀ ਨੇ ਵੀ ਇਹ ਖਿਆਲ ਕੀਤਾ ਹੈ, ਪਹਿਲੇ ਪਾਤਸ਼ਾਹ ਨੇ ਵੀ ਕੀਤਾ ਹੈ। 10ਵੇਂ ਪਾਤਸ਼ਾਹ ਜੀ ਨੇ ਤਾਂ ਫਿਰ ਪੱਕੇ ਤੌਰ ਤੇ ਮੋਹਰਾਂ ਹੀ ਲਾ ਦਿੱਤੀਆਂ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ। ਉਹ ਸਿੱਖ ਹੀ ਅੱਗੇ ਜਾ ਕੇ ਖਾਲਸਾ ਬਣਿਆ। ਕੋ ਸਤਨਾਮ। ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇਹੋ ਸਦ ਸਤ ਸੰਗਾ, ਜਬਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇਗਾ ਹੈ ਬੇਪਰਨ ਕੀ ਰੀਤ। ਜਦੋਂ ਇਹ ਵੀ ਬਾਹਮਣੀ ਕਰਮ ਕਾਂਡਾਂ 'ਚ ਫਸ ਗਿਆ, ਫਿਰ ਮੇਰਾ ਕੁਛ ਨਹੀਂ ਲੱਗਦਾ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਤਾਂ ਤੇ ਗੁਰੂ ਸਾਹਿਬ ਵਿੱਚ ਆਉਂਦੇ ਆ ਕਿ ਸਿੱਖ ਜਿਹੜਾ ਇਹਨਾਂ ਕਰਮਕਾਂਡਾਂ 'ਚ ਨਾ ਫਸੇ। ਹਾਂ, ਪ੍ਰੀਤਮ ਜੀ ਕਹਿੰਦੇ ਆ ਸਿੱਖਾ ਤੇਰਾ ਤੇ ਤੇਰੇ ਬਜ਼ੁਰਗਾਂ ਦਾ ਆਧਾਰ ਕਿਵੇਂ ਹੋਣਾ? ਪਰਮੇਸ਼ਰ ਦਾ ਸਿਮਰਨ ਕਰਕੇ। ਸੋ ਹਰ ਹਰ ਤੁਮ ਸਾਧੀ ਜਾਪੋ ਜਾ ਕਾ ਅੰਤ ਨ ਪਾਰੋ, ਪੂਤਾ ਮਾਤਾ ਕੀ ਅਸੀਸ, ਪੁੱਤਰਾ ਤੈਨੂੰ ਮੈਂ ਵੀ ਇੱਕ ਅਸੀਸ ਦਿੰਦੀ ਹਾਂ। ਗੁਰਬਾਣੀ ਮਾਤਾ ਨਿਮਖ ਨ ਵਿਸਰੋ ਤੁਮ ਕੋ ਹਰ ਹਰ। ਇਹ ਤਾਂ ਬਹੁਤ ਵੱਡੀ ਗੱਲ ਹੈ, ਕਿੰਨੀ ਵੱਡੀ ਅਸੀਸ ਦਿੱਤੀ ਹੈ ਪਾਤਸ਼ਾਹ ਨੇ, ਸਭ ਤੋਂ ਵੱਡੀ, ਵੱਡਿਆਂ ਦੇ ਵੱਡੇ ਕੰਮ। ਤੋ ਇਸ ਤਰ੍ਹਾਂ ਸਭ ਤੋਂ ਵੱਡੀ ਅਸੀਸ ਹੈ ਕਿ ਤੈਨੂੰ ਹਮੇਸ਼ਾ ਰੱਬ ਯਾਦ ਆਵੇ। ਪਰਮੇਸ਼ਰ ਹਮੇਸ਼ਾ ਯਾਦ ਹੈ ਤੇ ਫਿਰ ਵਿਕਾਰਾਂ ਦਾ ਕੋਈ ਮਕਸਦ ਹੀ ਨਹੀਂ ਆਉਣ ਦਾ। ਇਸ ਕਰਕੇ ਸੋ ਹਰ ਹਰ ਤੁਮ ਸਾਧੀ ਜਾਪੋ ਜਾ ਕਾ ਅੰਤ ਨ ਪਾਰੋ, ਪੂਤਾ ਮਾਤਾ ਕੀ ਅਸੀਸ, ਨਿਮਖ ਨ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼ ਰਹਾਓ। ਮੈਂ ਅਸੀਸ ਦਿੰਨੀ ਆ ਗੁਰੂ ਤੇਰੇ ਤੇ ਦਇਆ ਕਰੇ, ਤੇ ਗੁਰੂ ਦੀ ਦਇਆ ਹੋਗੀ ਤੇ ਪਰਮੇਸ਼ਰ ਦੀ ਪ੍ਰਾਪਤੀ ਹੋਗੀ। ਸਤਿਗੁਰ ਤੁਮ ਕੋ ਹੋਏ ਦਇਆਲਾ। ਬੱਚਿਓ, ਇਹ ਗੁਰਬਾਣੀ ਸਾਨੂੰ ਸਭ ਨੂੰ ਅਸੀਸ ਦਿੰਦੀ ਹੈ। ਛੋਟੇ ਬੱਚੇ ਦੀ ਗੱਲ ਨਹੀਂ ਕਰਦਾ, ਆਪਾਂ ਵੀ ਸਾਰੇ ਬੱਚੇ ਹੀ ਆ, ਥੋੜੀ ਉਮਰ 'ਚ ਵੱਡੇ ਹੋ ਗਏ ਆ। ਕੋਈ ਸਤਨਾਮ। ਹਰ ਬੱਚਾ ਮਨੁੱਖਤਾ ਦਾ, ਹਰ ਮਨੁੱਖ ਜਿਹੜਾ ਹੈ ਗੁਰਬਾਣੀ ਦਾ ਬੱਚਾ ਹੈ, ਤੇ ਗੁਰਬਾਣੀ ਸਾਨੂੰ ਸਭ ਨੂੰ ਅਸੀਸ ਦਿੰਦੀ ਆ। ਸਤਿਗੁਰ ਤੁਮ ਕੋ ਹੋਏ ਦਇਆਲਾ, ਉਹ ਗੁਰੂ ਤੇਰੇ ਤੇ ਦਇਆ ਕਰੇ ਤੇ ਤੈਨੂੰ ਇੱਥੇ ਬੈਠਣ ਦਾ ਸਮਾਂ ਮਿਲੇ। ਨਹੀਂ ਤਾਂ ਕਈਆਂ ਦਾ ਸਮਾਂ ਹੀ ਨਹੀਂ ਮਿਲਦਾ, ਆਉਣ ਜਾਣ ਹੀ ਕਰਦੇ ਆ। ਮੱਥਾ ਟੇਕਿਆ ਵਾ ਭੱਜ ਕੇ ਮੈਂ, ਫਿਰ ਚੱਲਦੇ ਆ, ਖੜ ਜਿਓ। ਇਹ ਭੱਜ ਕੇ ਮੱਥਾ ਟੇਕ ਕੇ ਜਿਵੇਂ ਕੋਈ ਸਿੱਟ ਕੇ ਜਾਣਾ ਹੁੰਦਾ ਕੁਛ। ਕੋ ਸਤਨਾਮ ਸੀ, ਏਦਾਂ ਨਹੀਂ। ਇਹ ਸਤਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ। ਬੜ ਭਾਗੀ ਸਤਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਬਿਨ ਭਾਗਾ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸੰਗਤ ਤੋਂ ਬਗੈਰ ਸਾਡਾ ਜੀਵਨ ਵਧੀਆ ਨਹੀਂ ਬਣਨਾ। ਇਸ ਕਰਕੇ ਸਤਿਗੁਰੂ ਦਇਆ ਕਰੇ, ਤੇਰੀ ਸਤਸੰਗ ਨਾਲ ਪ੍ਰੀਤ ਪੈ ਜਾਵੇ, ਗੁਰੂ ਦੇ ਪਿਆਰਿਆਂ ਨਾਲ ਤੇਰੀ ਦੋਸਤੀ ਤੇ ਸੰਗਤ ਬਣ ਜਾਵੇ। ਸਤਿਗੁਰ ਤੁਮ ਕੋ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ। ਸੰਤ ਸੰਗ, ਸਤ ਸੰਗਤ ਵਿੱਚ ਆਓਗੇ ਤਾਂ ਇੱਥੇ ਸੰਤ ਮਿਲਣਗੇ ਤੁਹਾਨੂੰ। ਤੇ ਸੰਤ ਕੋਈ ਜ਼ਰੂਰੀ ਨਹੀਂ ਵੀ ਭਾਗਵੇਂ ਕਾਲੇ ਨੀਲੇ ਚੋਲੇ ਪਾਏ ਹੋਣਗੇ ਤਾਂ ਹੋਣਗੇ, ਤੁਹਾਡੇ ਵਿੱਚ ਵੀ ਕੋਈ ਸੰਤ ਹੋ ਸਕਦਾ ਹੈ, ਕਿਉਂਕਿ ਨਾਮ ਜਪਣ ਵਾਲਾ ਹੀ ਸੰਤ ਹੈ। ਜਿੰਨਾ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਧਨ ਸੇ ਸਹੀ, ਨਾਨਕਾ ਪੋਲ ਸੋਈ ਸੰਤ। ਕੱਪੜੇ ਵੇਖ ਕੇ ਸੰਤ ਨਹੀਂ ਹੈ। ਸੰਤ ਉਹ ਹੈ ਜਿਹੜਾ ਆਪਣੇ ਧਰਮ ਤੇ ਖੜਾ ਹੈ, ਆਪਣੇ ਹੱਕ ਤੇ ਖੜਾ ਹੈ, ਨਾਮ ਜਪਦਾ ਹੈ, ਚਾਹੇ ਉਹ ਖੇਤੀਬਾੜੀ ਕਰਦਾ ਹੈ, ਚਾਹੇ ਉਹ ਵਰਕਸ਼ਾਪ ਕਰਦਾ ਹੈ, ਭਾਵ ਆਪਣੀ ਕਿਰਤ ਕਰਦਾ ਹੈ, ਉਹ ਸੰਤ ਹੈ। ਸੰਤ ਦਾ ਮਤਲਬ ਜੋ ਨਾਮ ਜਪਦਾ ਹੈ, ਉਹਦੀ ਗੱਲ ਹੈ ਇੱਥੇ। ਤੇ ਸੰਤ ਤੁਹਾਨੂੰ ਸਤਸੰਗ 'ਚ ਹੀ ਆ ਕੇ ਮਿਲਣਗੇ, ਸੱਚ ਦੇ ਨਾਲ ਜੁੜ ਕੇ ਮਿਲਣਗੇ। ਸਹੀ ਪਿਆਰਿਆਂ ਮੇਲ, ਅਰਦਾਸ ਵੀ ਕਰਾਂਗੇ, ਸਹੀ ਪਿਆਰਿਆਂ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਸੰਤ ਸੰਗ ਤੇਰੀ ਪ੍ਰੀਤ,
तेरी रब दे प्यारिਆਂ नाल दोस्ती होवे, संगत होवे, मैं तेनों असीस दिनी है। ते जे बच्चे नूं माड़ी संगत हो जाए फिर जीवन बर्बाद हो गया, चंगी संगत हो गई तो जीवन बन गया। अगे प्रीतम जी बख्शिश करते हैं, कापड़ पत परमेश्वर राखी। आ कपड़े ने शरीर नूं ढकिया होया, शरीर की इज्जत कपड़े ने संभाली है। जिमें इस तरह परमेश्वर तेरी इत्थे ते उत्थे दोही जहानी इज्जत रखे। परमेश्वर का नाम जपेगा तो परमेश्वर इत्थे ते उत्थे तेरी इज्जत रखेगा। कापड़ पत परमेश्वर राखी, कपड़े की न्याई। एक वचन है, कई बारी अनजान ग्रंथी इस करके उसनों पढ़ते हैं कि शायद रमाले नाल जुड़िया होया। रमाले नाल नहीं जुड़िया ये वचन, ये वचन जुड़िया साडे जीवन दे नाल। केड़ा भला? प्रेम पटोला तै सह दिता, ढक्कन को पत मेरी। तू रमाला देन वेले पढ़ लो, कोई हर्ज नहीं, पढ़ते। पर यह कहता है कि सिखा तेरा गुरु नाल प्रेम है ना, ये तेरे जीवन दे विच तेरी इज्जत बनावेगा। कहो सतनाम श्री। प्रेम पटोला तैसा दिता, ढक्कन को पत मेरी। दाना बीना साई मैंडा, मेरा मालिक बड़ा सियाना है, बड़ा दयालु है, बड़ा अमीर है। दाना बीना साई मैंडा, सार ना जाना तेरी, मैं तेरा अंत नहीं पा सकता। पर एक गल दी मैनू समझ आ गई आ, तैंडै सिमरन हब किछ लादम। तेरा सिमरन करिया सब कुछ मिल जाता। बिखम न डिठम कोई, जीवन च दुख नहीं आउंदे। जिस पत रखै सच्चा साहिब नानक, मेट न सकै कोई। जिन्हां दी इज्जत मालक रखे उन्हां नूं कोई बेइज्जत नहीं कर सकदा। को सतनाम श्री। कापड़ पत परमेश्वर राखी। जिवें कपड़ा साडे शरीर नूं ढक के रखदा है, इसे तरह गुरु भी तैनूं अपने विच मिला के रखे। ए मन मेरिया तू सदा रहो हर नाले, हर नाल रहो तू मन मेरे। दुख सा विसारना अंगीकार करे तेरा। अंगीकार की हुंदा है? अपर माला महाराज जी कहने हैं, बेनती करते हैं, पातशाह इस सुंदर पोशाका आया, इनू अंगीकार करो। जदों पातशाह इस रमाले नूं इस पोशाके नूं पहनणगे तां की होवेगा भला? आप इहदे विच चले जाणगे। कहो सतनाम। इसे तरह ही अंगीकार सानू आपदे विच मिला लवेगा। मना तो ओहदा नाम जपिया कर। अंगीकार करे तेरा कारज सब सवारना। प्रीतम जी कहंदे, कापड़ पत परमेश्वर राखी, भोजन कीर्तन नीत। आ दुनिया दे वड्डे वड्डे मंत्री संतरी रजे नहीं हजे। हुण तां लगदा है कि संसार दे विच साडे कोल थोड़ा बहुता पैसा बचे, ਉਹ भी आपदे काले धन च इकट्ठा करना। को सतनाम। रजन किथे? भुखिया भुख ना उतरी। बाबे नानक ने सिरा ही ला दिता जपजी साहब के शुरू च। भुखिया भुख ना उतरी, जे बन्ना पुरियां पहाड़। जे इन्हां सारा बुरियां का समान भी किसी एक बंदे नूं फड़ा दिओ, नहीं रजदा, कहंदा होर लिआओ। ते अखीर फिर मौत वाल ही जांदा इहो जिहा मनुख। को सतनाम। जे फिर रजे ही ना, ते रजेगा तो किवें रजेगा? रजेगा सिमरन करके। भोजन कीर्तन नीत। तेरे जे अंदर भुखा बधिया हुई ना, ये सिमरन करके खत्म होणगियां। आशा तृष्णा भज दौड़ तेरी जिहड़ी है सिमरन करके तू कहेगा बहुत है, बस इन्ना ही बहुत है। भोजन कीर्तन नीत, तेरी आत्मा का भोजन बन जावे प्रभु की सिफत, तेरी इज्जत बन जावे परमेश्वर का नाम। प्रीतम जी कहते, अमृत पीवो सदा चिर जीवो। बीबियां सिख संगतां शीशा दिंदियां, पुत्र तेरी लंबी उम्र होवे। ते साहिबजादे जिदे शहीदी पा गए उहदे ते 7-9 साल दे सी फिर। पर नहीं, वो तो अज भी हैं, वो तो अज 400-500 साल दे हो जाणगे, वो तो सदा रहणगे। लंबी उम्र हो गई ना, कादे नाल? सिमरन नाल जुड़े हां। को सतनाम श्री। जिन्हां नूं असीं अज जाणदे हां वो नाम नाल जुड़े सीगे। 15 भगत कबीर साहब वर्गे गुरबाणी च बैठे हन, होर सिख नाम जपण वालियां रूहां। आ साहिबजादे चारे इन्हां नूं क्यों जाणदे हां और जाणदे रहांगे। आपां ही नहीं, आउण वालियां पुश्तां भी याद करदियां रहणगियां, जानणगियां। कहो सतनाम। तेरी उम्र लंबी होवे, उदां नहीं उम्र लंबी होणीगी। बहुत सारिया बीबियां वर्त भी रखदियां, पर जे पति शराबा पींदा, विषय विकार भोगदा, कित्थों बचूगा? हो। को सतनाम।
हाँ लंबी उम्र होगी नाम नाल जुड़ के, अमृत पीवो सदा चिर जीवो। माता जी बाल ले ਤਾਂ ਇਸ ਤਰ੍ਹਾਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਪੁੱਤਰ ਤੂੰ ਅੰਮ੍ਰਿਤ ਪੀ ਲਾ। ਬਾਪੂ ਜੀ ਬਾਹਰ ਲੈ ਜਾਓ ਇਹਨੂੰ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤੀ ਆਂਦੀ ਅਨੰਤਾ। ਪੁੱਤਰ ਤੂੰ ਅੰਮ੍ਰਿਤ ਪੀ ਲਾ, ਭਾਵ ਨਾਮ ਜਪਿਆ ਕਰ। ਚੰਗੀ ਖੁਰਾਕ ਖਾਓਗੇ ਤਾਂ ਲੰਮਾ ਜੀਵਨ ਜੀਓਗੇ। ਜੇ ਨਸ਼ੇ ਖਾਣ ਵਾਲੇ ਤੇ ਕਿੰਨਾ ਚਿਰ ਜੀਣਗੇ। ਅੰਮ੍ਰਿਤ ਇਹ ਖੁਰਾਕਾਂ ਤੋਂ ਵੀ ਚੰਗੀ ਖੁਰਾਕ ਹੈ, ਜਿਹੜੀ ਆਤਮਾ ਦੀ ਵੀ ਖੁਰਾਕ ਹੈ, ਜਿੱਥੇ ਸਰੀਰ ਦੀ ਖੁਰਾਕ ਹੈ। ਕਹੋ ਸਤਨਾਮ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਥ ਆਂਦੀ ਅਨੰਤਾ। ਹਰੀ ਦਾ ਸਿਮਰਨ ਕਰਿਆ ਕਰ, ਇਹਦੇ ਵਿੱਚ ਹੀ ਅਨੰਤਾ ਆਨੰਦ ਹੈ। ਅਨੰਤਾ ਜਿਹਦਾ ਅੰਤ ਨਹੀਂ ਹੈ, ਉਹ ਆਨੰਦ ਹੈ ਤੈਨੂੰ ਇਹ ਜੀਵਨ ਚੋਂ ਮਿਲੇਗਾ। ਉਹ ਜੀਵਨ ਜਿਨ੍ਹਾਂ ਨੇ ਅੰਮ੍ਰਿਤ ਪੀਤਾ ਉਹ ਚਰਖੜੀਆਂ ਤੇ ਚੜ੍ਹ ਕੇ ਵੀ ਆਨੰਦ ਲੈ ਗਏ, ਉਹ ਖੋਪੜੀ ਲਹਾ ਕੇ ਵੀ ਆਨੰਦ ਲੈ ਗਏ। ਉਹ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਵਰਗੇ ਨੀਹਾਂ ਵਿੱਚ ਖੜੇ ਵੀ ਆਨੰਦ 'ਚ ਹੈ। ਜਲਾਦਾਂ ਨੂੰ ਤਰੇਲੀਆਂ ਆ ਰਹੀਆਂ ਨੇ, ਸ਼ਹੀਦ ਕਰਨ ਵਾਲਿਆਂ ਨੂੰ ਤਰੇਲੀਆਂ ਆ ਰਹੀਆਂ, ਸ਼ਹੀਦ ਹੋਣ ਵਾਲਾ ਹੱਸ ਰਿਹਾ। ਕੋਈ ਸਤਨਾਮ। ਇਹ ਕੀ ਕਾਰਨ ਹੈ? ਉਹ ਕਾਹਦੇ ਨਾਲ ਹੱਸ ਰਿਹਾ? ਉਹਨੂੰ ਪੀੜ ਨਹੀਂ ਹੋਈ? ਨਹੀਂ, ਉਹਨੇ ਸਰੀਰ ਦੀ ਪੀੜ ਨੂੰ ਪਾਸੇ ਰੱਖ ਕੇ ਆਪਣੇ ਆਪ ਨੂੰ ਪਾਸੇ ਕਰ ਲਿਆ ਸਰੀਰ ਤੋਂ ਹੀ। ਕਹੋ ਸਤਨਾਮ। ਸੀ ਦਿਖਾਈ ਦਿੰਦਾ ਦੇਖਣ 'ਚ, ਪਰ ਉਹਨਾਂ ਨੇ ਸੁਰਤ ਨੂੰ ਉੱਚੀ ਚੁੱਕ ਲਿਆ। ਉਹ ਸਰੀਰ ਨੂੰ ਫੀਲ ਹੀ ਨਹੀਂ ਕਰਦਾ। ਹੁਣ ਸਰੀਰ ਨੂੰ ਛੱਡ ਚੁੱਕਿਆ ਕਿ ਮੇਰਾ ਹੈ ਹੀ ਨਹੀਂ, ਇਹ ਮੈਂ ਛੱਡ ਹੀ ਦੇਣਾ ਹੈ। ਇਸ ਕਰਕੇ ਇਹ ਅੰਮ੍ਰਿਤ ਵਿੱਚ ਤਾਕਤ ਹੈ। ਪਰ ਕਬੀਰ ਸਾਹਿਬ ਜੀ ਤੋਂ ਸਮੇਂ ਵੀ ਅੰਮ੍ਰਿਤ ਦੀ ਗੱਲ ਚੱਲੀ ਆ, ਉਦੋਂ ਪਹਿਲਾਂ ਤੋਂ ਚੱਲਦੀ ਆ ਰਹੀ ਹੈ। ਦੁਨੀਆ ਅੰਮ੍ਰਿਤ ਲੱਭਦੀ ਫਿਰਦੀ ਸੀ, ਸੁਰ ਨਾਲ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਲੱਭਦੀ ਫਿਰਦੀ ਸੀ। ਪਰ ਅੰਮ੍ਰਿਤ ਉਹ ਮਿਲਿਆ ਗੁਰੂ ਦੇ ਕੋਲੋਂ। ਕਬੀਰ ਸਾਹਿਬ ਜੀ ਵੀ ਕਹਿੰਦੇ ਇਹ ਮਨੁੱਖ ਐਸਾ ਹੈ, ਅੰਮ੍ਰਿਤ ਕੌੜਾ ਵਿਖਿਆ ਮੀਠੀ, ਸਾਕਤ ਕੀ ਇਹ ਬਿਦ ਨੈਣੋ ਡੀਠੀ। ਇਸ ਮਨੁੱਖ ਨੂੰ ਜ਼ਹਿਰ ਚੰਗਾ ਲੱਗਦਾ ਹੈ, ਅੰਮ੍ਰਿਤ ਚੰਗਾ ਨਹੀਂ ਲੱਗਦਾ। ਚੰਗਾ ਜੀਵਨ ਚੰਗਾ ਹੁੰਦਾ ਹੈ, ਮਾੜਾ ਜੀਵਨ ਮਾੜਾ ਹੁੰਦਾ ਹੈ। ਮਾੜੀ ਖੁਰਾਕ ਵੀ ਜੀਵਨ ਮਾੜਾ ਕਰਦੀ ਹੈ, ਚੰਗੀ ਖੁਰਾਕ ਵੀ ਜੀਵਨ ਚੰਗਾ ਕਰਦੀ ਆ। ਇਸ ਕਰਕੇ ਅੰਮ੍ਰਿਤ ਦਾ ਅਰਥ ਹੈ ਜਿਹੜੀ ਤੈਨੂੰ ਮ੍ਰਿਤੂ ਤੋਂ ਬਾਹਰ ਕੱਢ ਦੇਵੇ। ਅੰਮ੍ਰਿਤ ਦਾ ਅਰਥ ਅਸੀਂ ਲਗਭਗ ਮਿੱਠਾ ਹੀ ਸਮਝਦੇ ਹਾਂ, ਪਰ ਨਹੀਂ। ਅੰਮ੍ਰਿਤ ਦਾ ਅਰਥ ਹੈ ਅੰਮ੍ਰਿਤ ਜਿਹੜਾ ਮ੍ਰਿਤੂ ਤੋਂ ਬਾਹਰ ਕੱਢ ਦੇਵੇ, ਜੰਮਣ ਮਰਨ ਦੇ ਚੱਕਰ ਚੋਂ ਕੱਢ ਕੇ ਲੈ ਜਾਵੇ ਤੈਨੂੰ। ਉਹ ਅੰਮ੍ਰਿਤ ਜੇ ਤੂੰ ਪੀ ਲਵੇਂ ਸਿੱਖਾ। ਬਾਪੂ ਅਸੀਸ ਦਿੰਦਾ ਹੈ, ਗੁਰਬਾਣੀ ਮਾਂ ਅਸੀਸ ਦਿੰਦੀ ਆ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤੀ ਆਂਦੇ ਅਨੰਤਾ। ਜ਼ਿੰਦਗੀ ਦੇ ਵਿੱਚ ਤੇਰੇ ਆਨੰਦ ਬਣ ਜਾਵੇਗਾ, ਔਰ ਆਨੰਦ ਵੀ ਇੰਨਾ ਕਿ ਜਿਸ ਦਾ ਅੰਤ ਵੀ ਨਹੀਂ ਪਤਾ ਕਿ ਕਿੰਨਾ ਕੁ ਬਣ ਜਾਵੇਗਾ। ਕਹੋ ਸਤਨਾਮ। ਮੌਤ ਤੋਂ ਬਾਅਦ ਵੀ ਤੂੰ ਆਨੰਦ ਵਿੱਚ ਖੇਡੇਗਾ। ਕਮਾਲ ਦੀ ਖੇਡ ਹੈ। ਮੇਰੇ ਪ੍ਰੀਤਮ ਜੀ ਕਹਿੰਦੇ, ਰੰਗ ਤਮਾਸ਼ਾ ਪੂਰਨ ਆਸਾ, ਕਵੈ ਨ ਵਿਆਪੈ ਚਿੰਤਾ। ਦੁਨੀਆ ਆਨੰਦ ਮਾਣਦੀ ਹੈ ਰੰਗ ਤਮਾਸ਼ਿਆਂ 'ਚ, ਜਿਹਨੂੰ ਕੋਈ ਚਿੰਤਾ ਨਾ ਹੋਵੇ। ਪਰ ਕੀ ਜਿਨ੍ਹਾਂ ਕੋਲ ਬੇਅੰਤ ਮਾਇਆ ਹੈ, ਉਹ ਹੁਣ ਆਨੰਦ ਮਾਣ ਰਹੇ ਨੇ ਚਿੰਤਾ 'ਚ। ਇੱਕ ਨਾਮ ਜਪਣ ਵਾਲੀ ਨੂੰ ਜਿਹੜਾ ਕੇਵਲ ਦਿਹਾੜੀ ਕਰਦਾ, 200-400 ਰੋਜ਼ ਕਮਾਉਂਦਾ ਹੈ, ਉਹਦਾ ਸੌਦਾ ਲਿਆ ਕੇ ਸ਼ਾਇਦ ਉਹ ਚਿੰਤਾ 'ਚ ਨਾ ਹੋਵੇ। ਤੇ ਜਿਹੜੇ ਖਜ਼ਾਨੇ ਭਰ ਕੇ ਬੈਠੀਆਂ ਸਰਕਾਰਾਂ, ਇਹ ਵੱਡੇ ਵੱਡੇ ਮੰਤਰੀ ਸੰਤਰੀ, ਇਹ ਬੜੇ ਚਿੰਤਾ ਵਿੱਚ ਹੈ ਨਾ, ਸ਼ਾਇਦ ਰਾਤ ਨੂੰ ਨੀਂਦ ਵੀ ਨਾ ਆਉਂਦੀ ਹੋਵੇ। ਕੋ ਸਤਨਾਮ ਸੀ। ਆਖਰੀ ਪੰਕਤੀਆਂ ਵੱਲ ਹੋਈਏ ਆਪਾਂ। ਪ੍ਰੀਤਮ ਜੀ ਕਹਿੰਦੇ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤੀ ਆਂਦੀ ਅਨੰਤਾ। ਰੰਗ ਤਮਾਸ਼ਾ ਪੂਰਨ ਆਸਾ, ਕਵੇ ਨਾ ਵਿਆਪੈ ਚਿੰਤਾ। ਤੂੰ ਹਮੇਸ਼ਾ ਆਨੰਦ ਵਿੱਚ ਜੀਵਨ ਬਤੀਤ ਕਰੇ, ਭਾਵਰ ਤੁਮਾਰਾ ਇਹ ਮਨ ਹੋਵੋ। ਪਰ ਇਹ ਗੱਲ ਯਾਦ ਰੱਖੀ, ਗੁਰੂ ਦੇ ਚਰਨਾਂ ਦਾ ਭੌਰਾ ਬਣ ਜੀ। ਕਹੋ ਸਤਨਾਮ। ਰੋਜ਼ ਗੁਰੂ ਦੇ ਦਰਸ਼ਨ ਕਰਿਆ ਕਰ। ਭਾਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ। ਹਰੀ ਦੇ ਚਰਨ, ਗੁਰੂ ਦੇ ਚਰਨ ਬਣ ਜਾਣ ਕਮਲ ਦਾ ਫੁੱਲ, ਤੇ ਤੂੰ ਬਣ ਜੇ ਇਹਦਾ ਭੌਰਾ। ਤੇ ਭੌਰੇ ਦਾ ਸੁਭਾਅ ਹੈ, ਕਦੇ ਕਿਸੇ ਫੁੱਲ 'ਚ ਬਹਿ ਗਿਆ, ਕਦੇ ਕਿਸੇ ਫੁੱਲ 'ਚ ਬਹਿ ਗਿਆ, ਤੇ ਰਾਤ ਨੂੰ ਵੀ ਕਿਸੇ ਫੁੱਲ 'ਚ ਬਹਿ ਜਾਂਦਾ। ਮਰ ਭਾਵੇਂ ਜਾਂਦਾ, ਪਰ ਫੁੱਲਾਂ ਨੂੰ ਛੱਡਦਾ ਨਹੀਂ। ਚਲੋ ਉਹ ਤਾਂ ਥਾਂ ਥਾਂ ਜਾਂਦਾ, ਤੁਸੀਂ ਇੱਕ ਦੇ ਕੋਲੇ ਆਉਣਾ ਹੈ।
आओ इस गुरु के चरणों के भौरे बन जाइए। नानक दास उन संग लपटायो ज्यों बूंदे चातर कमौला। ये नानक तेरे चरणों नाल इयों लग जावे जिवें पपीहा सवांती मूद मंगदा। इस करके आओ अरदास करिए सारिया संगतां नूं साहिबजादा बाबा फतेह सिंह जी के प्रकाश दिहाड़े की लख लख वधाई उन्हां महान शहीदां नूं जिन्हां ने देश कौम का मार्गदर्शन किया है। और आओ असी गुरु चरणों के भौरे बन जाइए जो मार्गदर्शन उन्हां वड्डे बाबे बाबा फतेह सिंह शहीदां ने ਅਤੇ ਹੋਰ महान शहीदां ने सानू मार्गदर्शन किया। सो चलिए गुरु कृपा करन। आओ थोड़ा समा कीर्तन सरवण करिए उपरंत अगले विचार फिर सरवण करांगे। बोलदे अखर बाद घाट हो जाते। सिख संगतां ते सतगुरु बख्श लैन जोगा बख्श लेना जी। समाप्ति करिए। बुलाओ फतेह पाओ फतेह। वाहिगुरु जी का खालसा वाहिगुरु जी की फतेह। साहिब जी